ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਤਕਰੀਬਨ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਜਿਹੜੇ ਸੰਤ ਮਹਾਤਮਾ ਹੋਏ ਆ ਉਹਨਾਂ ਦੀ ਗਿਣਤੀ ਜਿਹੜੀ ਸੀ ਉਹ ਜ਼ਿਆਦਾ ਹੁੰਦੀ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਰੂਹਾਨੀਅਤ ਪੱਖ ਦੀਆਂ ਰੂਹਾਂ ਸੀਗੀਆਂ ਨਾ ਇਸ ਸੰਸਾਰ ਦੇ ਵਿੱਚ ਜ਼ਿਆਦਾ ਆਈਆਂ। ਇਹਦਾ ਇੱਕ ਕਾਰਨ ਕੀ ਆ? ਉਹ ਕਾਰਨ ਸੀ ਕਿ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਮਾਤਾ ਦੀ ਗੋਦ ਉਹਨਾਂ ਨੂੰ ਚਾਹੀਦੀ ਸੀ ਉਹ ਉਹਨਾਂ ਨੂੰ ਉਪਲਬਧ ਹੋ ਜਾਂਦੀ ਸੀ। ਇਸ ਕਰਕੇ ਬ੍ਰਹਿਮੰਡ ਦੇ ਅੰਦਰ ਜਿਹੜੀਆਂ ਰੂਹਾਂ ਤਰੱਕੀ ਦੇ ਵਿੱਚ ਰੁਕੀਆਂ ਹੋਈਆਂ ਸੀ ਉਹ ਦੁਬਾਰਾ ਜਿਹੜੀ ਸੀ ਉਹ ਕਿਸੇ ਚੰਗੀ ਮਾਂ ਦੀ ਕੁੱਖ ਦੀ ਤਲਾਸ਼ 'ਚ ਰਹਿੰਦੀਆਂ ਸੀ। ਅਤੇ ਇਹ ਕੁੱਖਾਂ ਜਿਹੜੀਆਂ ਸੀ ਤਕਰੀਬਨ 18ਵੀਂ 19ਵੀਂ ਔਰ 20ਵੀਂ ਸਦੀ ਦੀ ਚੜ੍ਹਦੀ ਦੇ ਵਿੱਚ ਇਹਨਾਂ ਆਤਮਿਕ ਰੂਹਾਂ ਨੂੰ ਜਿਹੜੀਆਂ ਸੀ ਉਹ ਸਧਾਰਨ ਪ੍ਰਾਪਤ ਹੋ ਜਾਂਦੀਆਂ ਸੀ। ਇਸ ਕਰਕੇ ਉਹਨਾਂ ਟਾਈਮਾਂ ਦੇ ਵਿੱਚ ਨਾਮ ਅਭਿਆਸੀਆਂ ਦੀ ਗਿਣਤੀ ਜਿਹੜੀ ਸੀ ਉਹ ਬਹੁਤ ਵੱਧ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਸੰਤ ਮਹਾਤਮਾ ਲੱਭਿਓ ਵੀ ਨਹੀਂ ਮਿਲਦੇ। ਇਹਦਾ ਇੱਕ ਕਾਰਨ ਇਹ ਆ ਕਿ ਇਹੋ ਜਿਹੀਆਂ ਮਹਾਨ ਆਤਮਾਵਾਂ ਨੂੰ ਉਹਨਾਂ ਮਾਤਾ ਦੀਆਂ ਜਿਹੜੀਆਂ ਕੁੱਖਾਂ ਪ੍ਰਾਪਤ ਨਹੀਂ ਹੈ ਜਿਹੜੀਆਂ ਭਜਨ ਸਿਮਰਨ ਬੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਪਰਪੱਕ ਰਹਿੰਦੀਆਂ ਹੈ। ਪਰ ਜਿਨ੍ਹਾਂ ਸਮਿਆਂ ਦੇ ਵਿੱਚ ਇਹ ਸੰਤ ਮਹਾਤਮਾ ਹੋਏ ਆ ਉਹਨਾਂ ਟਾਈਮਾਂ ਦੇ ਵਿੱਚ ਇਹ ਜਿਹੜੀਆਂ ਰੁਕੀਆਂ ਆਤਮਾਵਾਂ ਦੀਆਂ ਤਰੱਕੀਆਂ ਸੀਗੀਆਂ ਉਹਨਾਂ ਨੂੰ ਉਹ ਕੁੱਖਾਂ ਜਿਹੜੀਆਂ ਚਾਹੀਦੀਆਂ ਸੀਗੀਆਂ ਉਹ ਉਪਲਬਧ ਹੋਈਆਂ ਸੀਗੀਆਂ। ਅਤੇ ਇਸ ਸੰਸਾਰ ਦੇ ਵਿੱਚ ਆ ਕੇ ਇਹੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਆ ਉਹਨਾਂ ਨੇ ਜਨਮ ਲਏ ਆ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਪੂਰਬਲੀ ਤਪੱਸਿਆ ਸੀਗੀ ਨਾ ਉਹਨਾਂ ਦੇ ਨਾਲ ਰਹੀ ਆ। ਸੋ ਪੁਰਾਣੀ ਤਪੱਸਿਆ ਅਤੇ ਅਜੋਕੇ ਸਮੇਂ ਦੀ ਤਪੱਸਿਆ ਨੂੰ ਮਿਲਾ ਕੇ ਫਿਰ ਇਹ ਮਹਾਤਮਾ ਜਿਹੜੇ ਸੀ ਆਪਣੀ ਮੰਜ਼ਿਲ ਦੇ ਵਿੱਚ ਕਾਮਯਾਬ ਹੋਏ ਸੀ। ਔਰ ਅੱਜ ਦਾਸ ਇਹਨਾਂ ਹੀ ਕੁਛ ਮਹਾਤਮਾ ਦੀਆਂ ਜਿਹੜੀਆਂ ਵਿਚਾਰਾਂ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਦੇਖੋ, ਇੱਕ ਹੈ ਨਾ ਸੰਤ ਭਗਵਾਨ ਦਾਸ ਜੀ ਹੋਇਆ ਹਰਿਦੁਆਰ ਤੋਂ। ਉਹ ਵੀ ਜਿਹੜੇ ਸੀਗੇ ਮਹਾਂਪੁਰਖ ਦੱਸਦੇ ਹੁੰਦੇ ਸੀਗੇ ਕਿ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੇਰੇ ਅੰਦਰ ਸਿਮਰਨ ਦੀ ਲਗਨ ਬੜੀ ਪ੍ਰਬਲ ਰਹਿੰਦੀ ਸੀ। ਮੇਰਾ ਚਿੱਤ ਕਰਦਾ ਹੁੰਦਾ ਸੀ ਕਿ ਹਰ ਟਾਈਮ ਭਜਨ ਸਿਮਰਨ ਦੇ ਵਿੱਚ ਬੈਠਾ ਰਹਾਂ, ਲੇਕਿਨ ਇਹ ਮੇਰੇ ਤੱਕ ਹੀ ਸੀਮਿਤ ਸੀ। ਮੇਰੇ ਨਾਲ ਦੇ ਜਿਹੜੇ ਸਾਥੀ ਹੁੰਦੇ ਸੀ ਉਹਨਾਂ ਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ। ਔਰ ਮੇਰਾ ਚਿੱਤ ਜਿਹੜਾ ਸੀਗਾ ਕਹਿੰਦੇ ਵੀ ਉਹਨਾਂ ਟਾਈਮਾਂ ਦੇ ਵਿੱਚ ਇਕਾਂਤ ਭਾਲਦਾ ਹੁੰਦਾ ਸੀਗਾ ਅਤੇ ਇਕਾਂਤ ਦੇ ਵਿੱਚ ਕਹਿੰਦੇ ਮੈਂ ਸਮਾਧੀ ਲਾਉਣ ਦੇ ਵਿੱਚ ਜੋ ਮੈਨੂੰ ਰਸ ਮਿਲਦਾ ਸੀਗਾ, ਜੋ ਆਨੰਦ ਮਿਲਦਾ ਸੀਗਾ, ਉਸ ਆਨੰਦ ਜਿਹੜਾ ਇਸ ਸੰਸਾਰ ਦੀ ਦੁਨੀਆ ਦੀ ਕਲਪਨਾ ਵਿੱਚ ਨਹੀਂ ਆ ਸਕਦਾ। ਸੋ ਸੰਤ ਭਗਵਾਨ ਦਾਸ ਜੀ ਆਖਦੇ ਹੁੰਦੇ ਸੀਗੇ ਕਿ ਇੱਕ ਵਾਰ ਕੀ ਹੋਇਆ ਕਿ ਮੈਂ ਕਿਸੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਕਹਿੰਦੇ ਵੀ ਭਜਨ ਸਿਮਰਨ ਕਰਨ ਲੱਗ ਪਿਆ। ਜਦ ਕਹਿੰਦੇ ਮੈਂ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਐਸਾ ਕਹਿੰਦੇ ਰਸ ਬਣਿਆ, ਐਸਾ ਰਸ ਬਣਿਆ ਕਿ ਮੇਰਾ ਉੱਠਣ ਨੂੰ ਚੇਤ ਹੀ ਨਹੀਂ ਕੀਤਾ। ਇਸੇ ਰਸ ਦੇ ਵਿੱਚ ਸਵੇਰ ਤੋਂ ਲੈ ਕੇ ਸੂਰਜ ਛਿਪਣ ਤੱਕ ਕਹਿੰਦੇ ਵੀ ਇਹ ਮੈਂ ਇਸੇ ਤਰ੍ਹਾਂ ਇੱਕੋ ਹੀ ਚੌਂਕੜੇ 'ਚ ਬੈਠਾ ਰਿਹਾ। ਜਦ ਬੈਠਿਆ ਨਾ ਕਹਿੰਦੇ ਮੇਰੇ ਜਿਹੜੇ ਨਾਲ ਦੇ ਸਾਥੀ ਸੀ, ਪ੍ਰੇਮੀ ਸੀ, ਕਹਿੰਦੇ ਮੈਨੂੰ ਲੱਭਦੇ ਲੱਭਦੇ ਮੇਰੇ ਸਥਾਨ 'ਤੇ ਆਏ ਅਤੇ ਉਹਨਾਂ ਨੇ ਦੇਖਿਆ ਕਿ ਮੈਂ ਬਿਲਕੁਲ ਚੌਂਕੜਾ ਮਾਰ ਕੇ ਸਮਾਧੀ ਸਿਰ ਭਜਨ ਦੇ ਵਿੱਚ ਬੈਠਾ ਹੈਗਾ। ਫਿਰ ਕਹਿੰਦਾ ਵੀ ਜਦ ਸ਼ਾਮ ਹੋਈ ਸੀ ਮੇਰੇ ਮਾਤਾ ਪਿਤਾ ਨੂੰ ਫਿਕਰ ਆ ਗਿਆ ਵੀ ਇਹ ਸਾਡਾ ਬੱਚਾ ਜਿਹੜਾ ਹੈਗਾ ਸਵੇਰ ਦਾ ਗਿਆ, ਅੱਜ ਤੱਕ ਘਰ ਨਹੀਂ ਆਇਆ, ਗੱਲ ਕੀ ਹੋਈ? ਅਤੇ ਕਹਿੰਦੇ ਟੋਲ ਪੈ ਗਈ। ਅਤੇ ਮੇਰੇ ਮਿੱਤਰਾਂ ਨੇ ਕਹਿੰਦੇ ਮੈਨੂੰ ਦੇਖਿਆ ਸੀਗਾ ਅਤੇ ਫਿਰ ਉਹਨਾਂ ਨੇ ਜਾ ਕੇ ਮੇਰੇ ਕਹਿੰਦੇ ਮਾਂ ਬਾਪ ਨੂੰ ਦੱਸਿਆ ਕਿ ਭਗਵਾਨ ਦਾਸ ਦਾ ਜਿਹੜਾ ਹੈਗਾ ਉਹ ਫਲਾਨੀ ਜਗ੍ਹਾ ਦੇ ਵਿੱਚ ਉੱਥੇ ਸਮਾਧੀ ਸਥਿਤ ਦੇ ਵਿੱਚ ਬੈਠਾ ਹੈਗਾ। ਇਸ ਤੋਂ ਬਾਅਦ ਫਿਰ ਭਗਵਾਨ ਦਾਸ ਜੀ ਕਹਿੰਦੇ ਸੀਗੇ ਕਿ ਸਾਡੇ ਮਾਤਾ ਪਿਤਾ ਜਦ ਕਹਿੰਦੇ ਮੇਰੇ ਕੋਲ ਆਏ ਅਤੇ ਕਹਿੰਦੇ ਫਿਰ ਜਦੋਂ ਉਹਨਾਂ ਨੇ ਆਵਾਜ਼ ਮਾਰੀ ਅਤੇ ਆਪਣੇ ਮਾਤਾ ਪਿਤਾ ਦੀ ਆਵਾਜ਼ ਸੁਣ ਕੇ ਕਹਿੰਦੇ ਰਸ ਮੈਂ ਛੱਡਣਾ ਨਹੀਂ ਸੀ ਚਾਹੁੰਦਾ ਜਿਹਦੇ ਵਿੱਚ ਬੈਠਾ ਸੀਗਾ ਅਤੇ ਮੇਰਾ ਚਿੱਤ ਕਰਦਾ ਸੀ ਕਿ ਇਸੇ ਹੀ ਆਨੰਦ ਦੇ ਵਿੱਚ ਸਦਾ ਬੈਠਾ ਰਹਾਂ। ਪਰ ਕਹਿੰਦੇ ਮੇਰੇ ਮਾਤਾ ਪਿਤਾ ਸੀ, ਮੇਰੇ ਜਨਨੀ ਸੀਗੇ, ਜਿਨ੍ਹਾਂ ਦੀ ਬਦੌਲਤ ਕਹਿੰਦੇ ਮੈਂ ਸੰਸਾਰ ਦੇ ਵਿੱਚ ਮੇਰਾ ਜਨਮ ਹੋਇਆ ਸੀ। ਕਹਿੰਦੇ ਫਿਰ ਮੈਂ ਜਿਹੜੀ ਸੀ ਉਹ ਅੱਖਾਂ ਖੋਲ੍ਹੀਆਂ। ਜਦ ਅੱਖਾਂ ਖੋਲ੍ਹੀਆਂ ਅਤੇ ਕਹਿੰਦੇ ਮੇਰੇ ਮਾਤਾ ਜੀ ਜਿਹੜੇ ਸੀਗੇ ਮੇਰੇ ਗਲ ਲਾ ਕੇ ਬੜਾ ਰੋਏ। ਮੈਨੂੰ ਕਹਿਣ ਲੱਗੇ ਬੇਟਾ ਅਸੀਂ ਤਾਂ ਸਵੇਰ ਦੀ ਚਿੰਤਾ ਸੀ ਕਿ ਤੈਨੂੰ ਲੱਭਦੇ ਫਿਰਦੇ ਸੀ, ਤੂੰ ਕਿਸ ਜਗ੍ਹਾ 'ਤੇ ਬੈਠ ਕੇ ਇਸ ਤਰ੍ਹਾਂ ਕਿਉਂ ਬੈਠਾ ਹੈਗਾ? ਕਹਿੰਦੇ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਫਿਰ ਕਹਿੰਦੇ ਮੈਂ ਆਪਣੀ ਮਾਤਾ ਨੂੰ ਜਿਹੜੀ ਸੀ ਉਹ ਸਾਰੀ ਅਸਲੀਅਤ ਦੱਸ ਦਿੱਤੀ। ਮੈਂ ਦੱਸ ਦਿੱਤਾ ਮਾਤਾ ਜੀ ਵੀ ਮੇਰਾ ਸਿਮਰਨ ਦੇ ਵਿੱਚ ਉੱਠਣ ਨੂੰ ਚੇਤ ਹੀ ਨਹੀਂ ਕੀਤਾ। ਅੱਜ ਇੰਨਾ ਮਹਾਰਸ ਬਣਿਆ ਹੈਗਾ ਕਿ ਅੱਜ ਮੈਨੂੰ ਟਾਈਮ ਦਾ ਪਤਾ ਨਹੀਂ ਚੱਲਾ, ਸਮੇਂ ਦਾ ਪਤਾ ਨਹੀਂ ਲੱਗਾ ਵੀ ਕਿਹੜਾ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਬੀਤ ਗਿਆ ਹੈਗਾ। ਇਸ ਕਰਕੇ ਮੈਂ ਜਿਉਂ ਬੈਠਾ ਕਹਿੰਦੇ ਮੈਨੂੰ ਹੁਣ ਪਤਾ ਲੱਗਾ ਵੀ ਇਹ ਤਾਂ ਹੁਣ ਸ਼ਾਮ ਹੋ ਗਈ, ਸੂਰਜ ਵੀ ਛਿਪ ਗਿਆ ਹੈਗਾ। ਫਿਰ ਭਗਵਾਨ ਦਾਸ ਜੀ ਕਹਿੰਦੇ ਸੀ ਜਦੋਂ ਮੈਂ ਆਪਣੀ ਮਾਤਾ ਜੀ ਦੇ ਨਾਲ ਇਸ ਤਰ੍ਹਾਂ ਜਿਹੜੀ ਸਾਰੀ ਅਸਲੀਅਤ ਸੀਗੀ ਉਹ ਸਾਂਝੀ ਕੀਤੀ, ਫਿਰ ਕਹਿੰਦੇ ਵੀ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਹਿੰਦੇ ਤੂੰ ਸੱਚ ਦੱਸ, ਤੂੰ ਕੀ ਬਣਨਾ ਚਾਹੁੰਦਾ? ਕਿਤੇ ਤੂੰ ਸੰਤ ਤਾਂ ਨਹੀਂ ਬਣਨਾ ਚਾਹੁੰਦਾ? ਕਹਿੰਦੇ ਫਿਰ ਮੈਂ ਆਪਣੇ ਪਿਤਾ ਜੀ ਨੂੰ ਦੱਸਦਾ, ਮੈਂ ਕਿਹਾ ਮੇਰਾ ਵਿਚਾਰ ਤਾਂ ਇਹੋ ਹੀ ਆ ਕਿ ਮੈਂ ਸੰਤ ਬਣ ਜਾਵਾਂ।
ਕਿਸੇ ਚੰਗੇ ਮਹਾਤਮਾ ਦੀ ਕਹਿੰਦੇ ਸੇਵਾ ਦੇ ਵਿੱਚ ਲੱਗ ਜਾਵਾਂ। ਜਦੋਂ ਕਹਿੰਦੇ ਇਹ ਗੱਲ ਹੋਈ ਸੀ, ਫਿਰ ਕਹਿੰਦੇ ਮੇਰੇ ਪਿਤਾ ਜੀ ਕਹਿਣ ਲੱਗੇ, ਕਹਿੰਦੇ ਦੇਖ ਬੇਟਾ, ਅਗਰ ਸੰਤ ਬਣਨਾ ਹੈ ਨਾ, ਤੇ ਫਿਰ ਕਹਿੰਦੇ ਭਾਈ ਫਿਰ ਸੰਤ ਉਹ ਬਣੀ ਜਿਹਨੂੰ ਕਹਿੰਦੇ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ। ਕਹਿੰਦੇ ਉਹ ਸੰਤ ਨਾ ਬਣੀ ਜਿਹੜਾ ਸੰਤ ਦੇ ਨਾਂ ਨੂੰ ਕਲੰਕਿਤ ਕਰ ਦੇਵੇ। ਕਹਿੰਦੇ ਸਾਡੇ ਪਿਤਾ ਜੀ ਦੇ ਬੋਧ ਸੀਗੇ ਉਹਨਾਂ ਟਾਈਮਾਂ ਵਿੱਚ, ਕਿਉਂਕਿ ਮੇਰੇ ਪਿਤਾ ਜੀ ਵੀ ਕਹਿੰਦੇ ਰੂਹਾਨੀਅਤ ਦੇ ਅੰਦਰੋਂ ਪੂਰੀ ਤਰ੍ਹਾਂ ਰੰਗੇ ਹੋਏ ਸੀ। ਫਿਰ ਭਗਵਾਨ ਦਾਸ ਜੀ ਕਹਿੰਦੇ ਸੀ, ਜਦੋਂ ਮੇਰੇ ਪਿਤਾ ਜੀ ਨੇ ਮੈਨੂੰ ਇਹ ਕਹਿੰਦੇ ਪਹਿਲੀ ਸ਼ਾਬਾਸ਼ ਦਿੱਤੀ ਸੀ ਅਤੇ ਨਾਲ ਐਡਾ ਹੌਸਲਾ ਦਿੱਤਾ ਸੀ ਕਿ ਸੰਤ ਬਣਨਾ ਤਾਂ ਸੰਤ ਉਹ ਬਣੀ ਕਿ ਜਿਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ। ਫਿਰ ਭਗਵਾਨ ਦਾਸ ਜੀ ਕਹਿੰਦੇ ਸੀ, ਫਿਰ ਕਹਿੰਦੇ ਮੇਰੇ ਪਿਤਾ ਜੀ ਨੇ ਕਿਹਾ ਸੀਗਾ ਚੱਲ ਠੀਕ ਆ ਤੂੰ ਹਜ਼ੂਰ ਸਾਹਿਬ ਚਲਿਆ ਜਾ। ਫਿਰ ਕਹਿੰਦੇ ਅਸੀਂ ਹਜ਼ੂਰ ਸਾਹਿਬ ਚਲੇ ਗਏ ਸੀ। ਹਜ਼ੂਰ ਸਾਹਿਬ ਇੱਕ ਮਹਾਤਮਾ ਦੀ ਸੰਗਤ ਦੇ ਵਿੱਚ ਫਿਰ ਕਹਿੰਦੇ ਫਿਰ ਅਸੀਂ ਸਾਰੀ ਜਿਹੜੀ ਵਿੱਦਿਆ ਸੀ ਗੁਰਮਤਿ ਦੀ ਉਹ ਸਿੱਖੀ ਸੀ, ਬਹੁਤ ਗ੍ਰੰਥ ਉਹਨਾਂ ਨੇ ਸਾਨੂੰ ਪੜ੍ਹਾਏ ਸੀ। ਉਸ ਤੋਂ ਬਾਅਦ ਭਗਵਾਨ ਦਾਸ ਜੀ ਕਹਿੰਦੇ ਸੀਗੇ ਫਿਰ ਮੇਰੀ ਜਿਹੜੀ ਇਹ ਗੁਰਮੁਖ ਗਾਡੀ ਰਾਹ ਦੀ ਲਗਨ ਸੀਗੀ ਉਹਦੀ ਕਹਿੰਦੇ ਚੜ੍ਹਾਈ ਜਿਹੜੀ ਸੀ ਹੋਰ ਵੀ ਪ੍ਰਬਲ ਹੋ ਗਈ ਸੀ। ਸੋ ਇਸ ਤਰ੍ਹਾਂ ਹੈ ਨਾ, ਇੱਕ ਮਹਾਂਪੁਰਖ ਜਿਨ੍ਹਾਂ ਦਾ ਨਾਂ ਸੀ ਸੰਤ ਦਇਆ ਸਿੰਘ, ਇਹ ਦੱਸਦੇ ਸੀ ਆਪਣੇ ਜੀਵਨ ਦੇ ਵਿੱਚ, ਕਹਿੰਦੇ ਵੀ ਜਦੋਂ ਦੀ ਮੈਂ ਇਸ ਸੰਸਾਰ ਦੇ ਵਿੱਚ ਆ ਕੇ ਸੁਰਤ ਸੰਭਾਲੀ ਹੈ ਨਾ, ਕਹਿੰਦੇ ਮੇਰੇ ਅੰਦਰ ਇੱਕ ਆਵਾਜ਼ ਆਉਂਦੀ ਹੁੰਦੀ ਸੀ। ਕਹਿੰਦੇ ਇਹ ਜਿਹੜੀ ਆਵਾਜ਼ ਸੀ ਮੈਨੂੰ ਸੁਣਦੀ ਹੁੰਦੀ ਸੀ, ਲੇਕਿਨ ਮੈਂ ਹੈਰਾਨ ਹੁੰਦਾ ਸੀਗਾ ਕਿ ਮੇਰੇ ਅੰਦਰ ਮੈਨੂੰ ਕੀ ਸੁਣ ਰਿਹਾ ਹੈਗਾ। ਕਹਿੰਦੇ ਵੀ ਮੈਂ ਇਹ ਆਵਾਜ਼ ਜਿਹੜੀ ਸੀ 24 ਘੰਟੇ 8 ਪੈਰ ਮੇਰੇ ਅੰਦਰ ਚੱਲਦੀ ਹੁੰਦੀ ਸੀ। ਪਰ ਕਹਿੰਦੇ ਵੀ ਜਦੋਂ ਮੈਂ ਕਿਸੇ ਇਕਾਂਤ ਵਿੱਚ ਬੈਠ ਕੇ ਇਸ ਆਵਾਜ਼ ਨੂੰ ਸੁਣਨ ਦਾ ਯਤਨ ਕਰਦਾ ਹੁੰਦਾ ਸੀਗਾ ਕਿ ਮੇਰੇ ਅੰਦਰ ਕੀ ਚੱਲ ਰਿਹਾ ਹੈਗਾ, ਉਸ ਟਾਈਮ ਕਹਿੰਦੇ ਆਵਾਜ਼ ਜਿਹੜੀ ਸੀ ਇਹ ਜ਼ਿਆਦਾ ਉੱਚੀ ਹੋ ਜਾਂਦੀ ਸੀ। ਪਰ ਜਦੋਂ ਮੈਂ ਸੰਸਾਰ ਦੇ ਕੰਮਾਂ ਧੰਦਾਂ ਦੇ ਵਿੱਚ ਕਹਿੰਦੇ ਵੀ ਜਦ ਜਿਹੜਾ ਸੀਗਾ ਉਹ ਸੰਸਾਰੀ ਖੇਡਾਂ ਖੇਡਦਾ ਸੀ, ਉਸ ਟਾਈਮ ਕਹਿੰਦੇ ਆਵਾਜ਼ ਤਾਂ ਮੈਨੂੰ ਸੁਣਾਈ ਦਿੰਦੀ ਸੀ, ਪਰ ਕਹਿੰਦੇ ਫਿਰ ਮੱਧਮ ਸੁਣਾਈ ਦਿੰਦੀ ਸੀ, ਪਰ ਚੱਲਦੀ ਰਹਿੰਦੀ ਸੀ। ਕਹਿੰਦੇ ਵੀ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਕਿ ਮੇਰੇ ਅੰਦਰ ਕੀ ਹੁੰਦਾ ਹੈ। ਸਭ ਤੋਂ ਕਹਿੰਦੇ ਪਹਿਲੇ ਦਇਆ ਸਿੰਘ ਜੀ ਕਹਿਣ ਲੱਗੇ ਕਿ ਮੈਂ ਹੈ ਨਾ ਆਪਣੇ ਜਿਹੜੇ ਨਾਲ ਦੇ ਸੰਗੀ ਸਾਥੀ ਸੀ ਉਹਨਾਂ ਦੇ ਨਾਲ ਵੀ ਕੁਛ ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਕਿ ਤੁਹਾਨੂੰ ਵੀ ਤੁਹਾਡੇ ਅੰਦਰ ਕੁਛ ਸੁਣਾਈ ਦਿੰਦਾ ਹੈਗਾ। ਕਹਿੰਦੇ ਇੰਨੀ ਗੱਲ ਹੋਈ ਤੇ ਮੇਰੇ ਨਾਲ ਦੇ ਸਾਥੀ ਹੱਸਣ ਲੱਗੇ, ਕਹਿੰਦੇ ਸਾਨੂੰ ਕੀ ਸੁਣਾਈ ਦੇਣਾ ਹੈਗਾ। ਫਿਰ ਕਹਿੰਦੇ ਵੀ ਜਦ ਉਹ ਕਹਿੰਦੇ ਮੇਰੇ 'ਤੇ ਹੱਸਣ ਲੱਗ ਪਏ, ਕਹਿੰਦੇ ਲੱਗਦਾ ਹੈ ਤੈਨੂੰ ਕੋਈ ਬਿਮਾਰੀ ਹੋ ਗਈ, ਤੈਨੂੰ ਕੋਈ ਵਹਿਮ ਹੋ ਗਿਆ ਹੈਗਾ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ। ਫਿਰ ਸੰਤ ਦਇਆ ਸਿੰਘ ਜੀ ਕਹਿਣ ਲੱਗੇ ਕਿ ਮੈਂ ਫਿਰ ਇਹ ਜਿਹੜੀਆਂ ਸੀ ਆਪਣੇ ਦੋਸਤਾਂ ਦੀਆਂ ਇਹ ਜਿਹੜੀਆਂ ਗੱਲਾਂ ਬਾਤਾਂ ਹਾਸੇ ਮਖੌਲ ਟੀਚਰ ਵਾਲੀਆਂ ਸੀਗਾ, ਫਿਰ ਇਹ ਸੁਣ ਕੇ ਕਹਿੰਦੇ ਮੈਂ ਚੁੱਪ ਕਰ ਗਿਆ ਸੀ। ਪਰ ਫਿਰ ਮੈਂ ਕਿਉਂਕਿ ਇਹ ਮੇਰੇ ਅੰਦਰ ਹੀ ਚੱਲ ਰਹੀ ਕਿਰਿਆ ਸੀਗੀ ਅਤੇ ਮੈਂ ਹੀ ਸੋਚਦਾ ਹੁੰਦਾ ਸੀ ਕਿ ਮੇਰੇ ਨਾਲ ਐਸਾ ਕਿਉਂ ਹੁੰਦਾ ਹੈਗਾ। ਉਸ ਤੋਂ ਬਾਅਦ ਫਿਰ ਦਇਆ ਸਿੰਘ ਜੀ ਕਹਿਣ ਲੱਗੇ ਫਿਰ ਮੈਂ ਜਿਹੜਾ ਇਕਾਂਤ ਦੇ ਵਿੱਚ ਬੈਠਣਾ ਸ਼ੁਰੂ ਕੀਤਾ। ਜਦ ਇਕਾਂਤ ਦੇ ਵਿੱਚ ਬਹਿਣਾ 2 2.5 4 ਘੰਟੇ ਕਹਿੰਦੇ ਫਿਰ ਆਵਾਜ਼ ਜਿਹੜੀ ਸੀ ਮੈਨੂੰ ਬਹੁਤ ਉੱਚੀ ਉੱਚੀ ਸੁਣਾਈ ਦਿੰਦੀ ਹੁੰਦੀ ਸੀ। ਫਿਰ ਕਹਿੰਦੇ ਇੱਕ ਦਿਨ ਮੈਂ ਕੀ ਕੀਤਾ, ਆਪਣੇ ਪਿਤਾ ਜੀ ਦੇ ਨਾਲ ਇਹ ਜਿਹੜੀ ਮੇਰੇ ਅੰਦਰ ਆਵਾਜ਼ ਸੁਣਾਈ ਦਿੰਦੀ ਸੀ ਮੈਂ ਇਹਦੀ ਗੱਲ ਜਿਹੜੀ ਸੀ ਆਪਣੇ ਪਿਤਾ ਜੀ ਦੇ ਨਾਲ ਸ਼ੇਅਰ ਕੀਤੀ। ਜਦੋਂ ਸ਼ੇਅਰ ਕੀਤੀ ਕਹਿੰਦੇ ਕਿਉਂਕਿ ਅਸੀਂ ਇਕੱਲੇ ਸੀ, ਮੇਰੇ ਪਿਤਾ ਜੀ ਕਹਿੰਦੇ ਸੋਚਣ ਲੱਗ ਪਏ ਵੀ ਇਸ ਤਰ੍ਹਾਂ ਬੱਚਿਆਂ ਦੇ ਅੰਦਰ ਹੁੰਦਾ ਨਹੀਂ, ਇਹ ਤਾਂ ਇਹਦੀ ਕੋਈ ਪੂਰਬ ਦੇ ਜਨਮ ਦੀ ਕਮਾਈ ਹੈਗੀ ਆ, ਜਿਸ ਕਰਕੇ ਇਹਦੇ ਅੰਦਰ ਇਹ ਜਿਹੜੀ ਘਟਨਾ ਹੈਗੀ ਨਿਰੰਤਰ ਚੱਲ ਰਹੀ ਆ। ਤਾਂ ਫਿਰ ਕਹਿੰਦੇ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਬੇਟਾ ਦੱਸ ਤੇਰਾ ਕੀ ਖਿਆਲ ਆ। ਅਤੇ ਫਿਰ ਕਹਿੰਦੇ ਮੈਂ ਆਪਣੇ ਪਿਤਾ ਜੀ ਨੂੰ ਆਖਿਆ ਸੀਗਾ ਵੀ ਮੇਰਾ ਇਹ ਖਿਆਲ ਹੈ ਕਿ ਮੈਂ ਕਿਤੇ ਇੱਥੋਂ ਘਰ ਛੱਡ ਕੇ ਦੂਰ ਚਲਾ ਜਾਵਾਂ ਅਤੇ ਦੂਰ ਜਾ ਕੇ ਨਾ ਮੈਂ ਸਾਧ ਬਣ ਜਾਵਾਂ। ਜਦੋਂ ਕਹਿੰਦੇ ਇੰਨੀ ਗੱਲ ਹੋਈ ਸੀ ਫਿਰ ਮੇਰੇ ਪਿਤਾ ਜੀ ਜਿਹੜੇ ਸੀ ਕਹਿੰਦੇ ਵੀ ਇਹ ਗੱਲ ਸੁਣ ਕੇ ਬੜੇ ਫਿਕਰਮੰਦ ਹੋ ਗਏ ਸੀ, ਕਿਉਂਕਿ ਅਸੀਂ ਵੀ ਕਹਿੰਦੇ ਆਪਣੇ ਮਾਪਿਆਂ ਦੇ ਇਕੱਲੇ ਬੇਟੇ ਸੀਗੇ ਅਤੇ ਮੇਰੇ ਪਿਤਾ ਜੀ ਨਹੀਂ ਸੀ ਚਾਹੁੰਦੇ ਕਿ ਮੈਂ ਇਸ ਤਰ੍ਹਾਂ ਦੂਰ ਚਲਾ ਜਾਵਾਂ, ਘਰ ਆਪਣਾ ਤਿਆਗ ਕੇ ਅਤੇ ਸਾਧ ਬਣ ਜਾਵਾਂ। ਫਿਰ ਕਹਿੰਦੇ ਮੇਰੇ ਪਿਤਾ ਜੀ ਕਹਿਣ ਲੱਗੇ ਬੇਟਾ ਅਗਰ ਧਰਮ ਦੇ ਮਾਰਗ 'ਤੇ ਚੱਲਣਾ ਹੈਗਾ ਤਾਂ ਰੱਬ ਦਾ ਘਰ ਹੀ ਬੈਠਿਆਂ ਪਾਇਆ ਜਾ ਸਕਦਾ ਹੈਗਾ। ਫਿਰ ਕਹਿੰਦੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਕੀ ਕੀਤਾ, ਕਹਿੰਦੇ ਮੈਨੂੰ ਅੰਮ੍ਰਿਤ ਛਕਾ ਦਿੱਤਾ। ਜਦੋਂ ਕਹਿੰਦੇ ਮੈਨੂੰ ਅੰਮ੍ਰਿਤ ਛਕਾ ਦਿੱਤਾ, ਅੰਮ੍ਰਿਤ ਛਕਣ ਤੋਂ ਬਾਅਦ ਫਿਰ ਦਇਆ ਸਿੰਘ ਜਿਹੜੇ ਸੀ ਕਹਿੰਦੇ ਕਹਿਣ ਲੱਗੇ ਕਿ ਇਸ ਤਰ੍ਹਾਂ ਫਿਰ ਮੇਰੇ ਮਨ 'ਚ ਵਿਚਾਰ ਆਇਆ ਵੀ ਹੁਣ ਅਸੀਂ ਕੀ ਕਰੀਏ। ਫਿਰ ਮੇਰੇ ਮਨ 'ਚ ਆਇਆ ਵੀ ਚਲੋ ਹੋਵੇ ਨਾ ਕਿਸੇ ਸਾਧੂ ਦੇ ਦਰਸ਼ਨ ਕਰੀਏ। ਫਿਰ ਕਹਿੰਦੇ ਉਸ ਟਾਈਮ ਹੈ ਨਾ ਲਾਹੌਰ ਦੇ ਵਿੱਚ ਗੁਰਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਦਾ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ 'ਚ ਬਿਠਾਇਆ ਗਿਆ ਸੀ, ਕਹਿੰਦੇ ਅਸੀਂ ਉੱਥੇ ਚਲੇ ਗਏ। ਜਦ ਉੱਥੇ ਚਲੇ ਗਏ ਕਹਿੰਦੇ ਵੀ ਉੱਥੇ ਜਿਹੜੇ ਮੇਨ ਮਹਾਤਮਾ ਸੀ ਉਹਨਾਂ ਦੇ ਨਾਲ ਕਹਿੰਦੇ ਮੈਂ ਅਤੇ ਮੇਰੇ ਪਿਤਾ ਜੀ ਨੇ ਜਿਹੜੀ ਸੀ ਇਹ ਗੱਲ ਸਾਂਝੀ ਕੀਤੀ ਕਿ ਇਹਦੇ ਅੰਦਰ ਇੱਕ ਆਵਾਜ਼ ਜਿਹੜੀ ਉਹ ਬਚਪਨ ਤੋਂ ਸੁਣਾਈ ਦਿੰਦੀ ਆ, ਪਰ ਸਮਝ ਨਹੀਂ ਆਉਂਦੀ ਵੀ ਐਸਾ ਕਿਉਂ ਹੁੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਵੀ ਉਹਨਾਂ ਮਹਾਤਮਾ ਨੇ ਮੇਰੇ ਵੱਲ ਦੇਖਿਆ, ਦੇਖ ਕੇ ਕਹਿੰਦੇ ਵੀ ਉਹ ਕਹਿਣ ਲੱਗੇ ਕਹਿੰਦੇ ਭਾਈ ਗੱਲ ਇੱਕ ਹੈਗੀ ਆ ਕਿ ਤੈਨੂੰ ਹੈ ਨਾ ਕਿਸੇ ਪੂਰਨ ਮਹਾਤਮਾ ਦੀ ਲੋੜ ਹੈਗੀ ਆ, ਉਹੀ ਕੋਈ ਜਿਹੜਾ ਹੈਗਾ ਉੱਚੀ ਅਵਸਥਾ ਦਾ ਮਹਾਤਮਾ ਹੋਵੇ, ਉਹੀ ਤੇਰੇ ਜਿਹੜੇ ਮਨ ਦੀ ਇਹ ਗੱਲ ਕਹਿੰਦੇ ਇਹ ਸਾਂਝੀ ਕਰ ਸਕਦਾ, ਇਸ ਕਰਕੇ ਕਹਿੰਦੇ ਤੂੰ ਅਰਦਾਸ ਕਰਿਆ ਕਰ। ਉਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ ਕਹਿਣ ਲੱਗੇ ਕਿ ਅਸੀਂ ਘਰ ਆ ਗਏ। ਘਰ ਆਉਂਦੇ ਕਹਿੰਦੇ ਵੀ ਮੈਂ ਜਿਹੜੀ ਸੀ ਅਰਦਾਸ ਕਰਨੀ ਸ਼ੁਰੂ ਕਰਤੀ। ਅਰਦਾਸ ਦਾ ਫਲ ਐਸਾ ਨਿਕਲਿਆ ਕਹਿੰਦੇ ਵੀ ਇੱਕ ਮਹਾਤਮਾ ਮੇਰੀ ਜ਼ਿੰਦਗੀ 'ਚ ਆ ਗਏ।
ਜਦ ਕਹਿੰਦੇ ਉਹ ਜ਼ਿੰਦਗੀ 'ਚ ਆਏ ਅਤੇ ਅਸੀਂ ਕਹਿੰਦੇ ਫਿਰ ਉਹਨਾਂ ਦੇ ਪਾਸ ਚਲੇ ਗਏ। ਜਦ ਕਹਿੰਦੇ ਉਹਨਾਂ ਦੇ ਪਾਸ ਗਏ ਅਤੇ ਕਹਿੰਦੇ ਉਹ ਮਹਾਤਮਾ ਮੈਨੂੰ ਕਹਿਣ ਲੱਗੇ ਵੀ ਚੱਲ ਠੀਕ ਆ। ਮੈਨੂੰ ਕਹਿਣ ਲੱਗੇ ਵੀ ਤੂੰ ਬਾਣੀ ਪੜ੍ਹਦਾ ਹੁੰਦਾ? ਕਹਿੰਦੇ ਮੈਂ ਕਿਹਾ ਜੀ ਮੈਂ ਬਾਣੀ ਤਾਂ ਨਹੀਂ ਪੜ੍ਹਦਾ ਹੈਗਾ, ਪਰ ਹਾਂ ਕਿਤੇ ਕਿਤੇ ਪੜ੍ਹ ਲਈਦੀ ਆ। ਕਹਿੰਦੇ ਫਿਰ ਉਹਨਾਂ ਨੇ ਕੀ ਕੀਤਾ, ਕਹਿੰਦੇ ਠੀਕ ਹੈ ਤੂੰ ਗੁਰਬਾਣੀ ਪੜ੍ਹਿਆ ਕਰ। ਕਹਿੰਦੇ ਮੈਂ ਉਹਨਾਂ ਦੇ ਪਾਸ ਨਾ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਹਿੰਦੇ ਜਦੋਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਕਹਿੰਦੇ ਮਹਾਤਮਾ ਮੈਨੂੰ ਸੁਖਮਨੀ ਸਾਹਿਬ ਦੀ ਬਾਣੀ ਕਹਿੰਦੇ ਪੜ੍ਹਨ ਵਾਸਤੇ ਕਿਹਾ ਸੀ। ਕਹਿੰਦੇ ਜਦੋਂ ਮੈਂ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਸੀ ਉਹ ਪੜ੍ਹ ਰਿਹਾ ਸੀ, ਹੁਣ ਮਹਾਤਮਾ ਨੂੰ ਸੁਣਾਈ ਅਤੇ ਕਹਿੰਦੇ ਵੀ ਉਹ ਮਹਾਤਮਾ ਮੈਨੂੰ ਵਿੱਚ ਕਹਿੰਦੇ ਬਾਣੀ ਰੋਕ ਕੇ ਸੁਣਾਉਂਦਿਆਂ ਨੂੰ ਕਹਿਣ ਲੱਗੇ, ਕਹਿੰਦੇ ਵੀ ਦਇਆ ਸਿਆਂ ਆ ਜਿਹੜੀ ਤੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ ਹੈਗਾ ਅਤੇ ਸਾਨੂੰ ਇਹ ਦੱਸ ਕਿ ਇਹ ਬਾਣੀ ਕਹਿੰਦੀ ਕੀ, ਇਹਦੇ ਅਰਥ ਕੀ ਆ ਜਿਹੜੀ ਤੂੰ ਪੰਕਤੀ ਪੜ੍ਹ ਰਿਹਾ ਹੈਗਾ। ਕਹਿੰਦੇ ਇੰਨੀ ਗੱਲ ਹੋਈ ਤਾਂ ਮੈਂ ਉਹਨੂੰ ਮਹਾਤਮਾ ਨੂੰ ਕਹਿ ਤਾ ਜੀ ਮੈਂ ਤਾਂ ਹੁਣ ਕੇਵਲ ਬਾਣੀ ਪੜ੍ਹ ਸਕਦਾ ਹੈ, ਇਸ ਬਾਣੀ ਦੇ ਪਿੱਛੇ ਕੀ ਅਰਥ ਹੈਗੇ ਆ, ਇਹ ਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ, ਇਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਹੈਗਾ। ਜਦ ਇੰਨੀ ਗੱਲ ਹੋਈ ਕਹਿੰਦੇ ਉਹ ਮਹਾਤਮਾ ਜਿਹੜੇ ਸੀ ਕਹਿੰਦੇ ਉਹ ਖਿੜਖੜਾ ਕੇ ਹੱਸ ਪਏ। ਕਹਿਣ ਲੱਗੇ ਚੱਲ ਅਗਰ ਤੈਨੂੰ ਨਹੀਂ ਪਤਾ ਤਾਂ ਅਸੀਂ ਤੈਨੂੰ ਦੱਸ ਦਿੰਦੇ ਹਾਂ। ਕਹਿੰਦੇ ਉਸ ਤੋਂ ਬਾਅਦ ਉਹਨਾਂ ਮਹਾਤਮਾ ਨੇ ਕਹਿੰਦੇ ਮੈਨੂੰ ਸੁਖਮਨੀ ਸਾਹਿਬ ਦੀ ਕਹਿੰਦੇ 1-2 ਪੰਕਤੀਆਂ ਦੇ ਕਹਿੰਦੇ ਮੈਨੂੰ ਅਰਥ ਦੱਸੇ। ਕਹਿੰਦੇ ਅਰਥ ਦੱਸੇ ਤਾਂ ਗੱਲ ਤਾਂ ਕਹਿੰਦੇ ਸਾਰੀ ਉੱਥੇ ਹੀ ਸੀ ਕਿ ਸਾਰੀ ਗੱਲ ਜਿਹੜੀ ਸੀ ਉਹ ਨਾਮ ਦੀ ਮਹਿਮਾ ਦੀ ਸੀ। ਫਿਰ ਕਹਿੰਦੇ ਮੈਨੂੰ ਜਿਹੜਾ ਸੀਗਾ ਇਸ ਗੱਲ ਦੀ ਇਲਮ ਸਮਝ ਆ ਗਈ ਵੀ ਸਗਲ ਮਤਾਂਤ ਕੇਵਲ ਹਰ ਨਾਮ, ਵੀ ਸਾਰੇ ਮਤਾਂ ਮਤਾਂਤਰਾਂ ਦੇ ਵਿੱਚ ਕੇਵਲ ਇੱਕ ਵਾਹਿਗੁਰੂ ਦੇ ਨਾਮ ਦੀ ਹੀ ਵਡਿਆਈ ਕੀਤੀ ਗਈ ਆ। ਉਸ ਤੋਂ ਬਾਅਦ ਫਿਰ ਕਹਿੰਦੇ ਬਸ ਫਿਰ ਕੀ ਸੀ, ਅਸੀਂ ਵਾਹਿਗੁਰੂ 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 ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਬਸ ਉਹ ਸਿਮਰਨ ਦੀ ਬਦੌਲਤ ਕਹਿੰਦੇ ਬਸ ਐਸਾ ਜਿਹੜਾ ਸੀਗਾ ਉਹ ਸਾਡੀ ਚੜ੍ਹਾਈ ਹੋਈ ਕਿ ਅੱਜ ਹੋਰ ਭਲਕੇ ਹੋਰ ਪਰਸੋਂ ਹੋਰ, ਔਰ ਇੰਨੀ ਸਪੀਡ ਦੇ ਨਾਲ ਕਹਿੰਦੇ ਸਾਡੀ ਰਹਾਣੇ ਦੀ ਤਰੱਕੀ ਹੋਈ ਕਿ ਅਸੀਂ ਜਿਹੜੀ ਸੀ ਬਹੁਤ ਹੀ ਛੇਤੀ ਜਿਹੜੀ ਚੀਜ਼ ਦੀ ਤਲਾਸ਼ ਕਹਿੰਦੇ ਮੈਨੂੰ ਬਚਪਨ ਦੇ ਸੀਗੀ ਉਹਦੇ ਸਾਰੇ ਸਵਾਲਾਂ ਦੇ ਜਵਾਬ ਫਿਰ ਸੰਤ ਦਇਆ ਸਿੰਘ ਜੀ ਕਹਿਣ ਲੱਗੇ ਸੀ ਕਿ ਸਾਨੂੰ ਬਹੁਤ ਸ਼ੀਘਰ ਹੀ ਪ੍ਰਾਪਤ ਹੋ ਗਏ ਸੀ। ਜਿਉਂ ਕਹਿ ਲਓ ਕਿ ਜਿਹੜੇ ਗੁੱਝੇ ਭੇਦ ਸੀਗੇ ਉਸ ਸਿਮਰਨ ਸਾਧਨਾ ਦੇ ਨਾਲ ਕਹਿੰਦੇ ਸਾਰੇ ਪ੍ਰਗਟ ਹੋ ਗਏ ਸੀ। ਸਾਰੇ ਮੈਨੂੰ ਕਹਿੰਦੇ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਮੇਰੇ ਅੰਦਰ ਇਹ ਜਿਹੜੀ ਚੱਲ ਰਹੀ ਘਟਨਾ ਹੈਗੀ, ਜਿਹੜੀ ਆਵਾਜ਼ ਮੈਨੂੰ ਸੁਣਾਈ ਦਿੰਦੀ ਆ, ਇਹਦਾ ਪਿੱਛੇ ਕਾਰਨ ਕੀ ਸੀ। ਇਸੇ ਕਰਕੇ ਕਹਿੰਦੇ ਵੀ ਜਾਣੀ ਮੈਨੂੰ ਹੁਣ ਪਤਾ ਲੱਗਾ ਬਈ ਮੈਂ ਸੰਸਾਰ 'ਚ ਕਿਉਂ ਆਇਆ ਸੀਗਾ ਅਤੇ ਮੇਰੀ ਜਿਹੜੀ ਰੁਕੀ ਹੋਈ ਤਰੱਕੀ ਸੀਗੀ, ਇਸ ਤਰੱਕੀ ਨੂੰ ਪੂਰਾ ਕਰਨ ਵਾਸਤੇ ਮੇਰਾ ਫਿਰ ਕਹਿੰਦੇ ਪੁਨਰ ਜਨਮ ਹੋਇਆ ਹੈਗਾ। ਸੋ ਇਸੇ ਤਰ੍ਹਾਂ ਨਾ ਸਰਦਾਰ ਭਾਈ ਸਾਹਿਬ ਭਾਈ ਰਘਵੀਰ ਸਿੰਘ ਹੋਣੀ ਵੀ ਆਪਣੇ ਜੀਵਨ ਦੇ ਵਿੱਚ ਦੱਸਦੇ ਸੀਗੇ ਕਿ ਮੇਰੇ ਅੰਦਰ ਵੀ ਸ਼ੁਰੂ ਦੇ ਵਿੱਚ ਇੱਕ ਐਸੀ ਚੀਜ਼ ਜ਼ੋਰ ਪਾਉਂਦੀ ਹੁੰਦੀ ਸੀ, ਇੱਕ ਐਸੀ ਆਵਾਜ਼ ਸੀ, ਇੱਕ ਐਸੀ ਮੇਰੇ ਅੰਦਰ ਕਸ਼ਿਸ਼ ਸੀਗੀ ਕਿ ਮੇਰਾ ਚਿੱਤ ਇਹ ਕਰਦਾ ਹੁੰਦਾ ਸੀਗਾ ਕਿ ਮੈਂ ਭਜਨ ਕਰਾਂ, ਸਿਮਰਨ ਕਰਾਂ, ਬੰਦਗੀ ਕਰਾਂ। ਕਹਿੰਦੇ ਵੀ ਇਸ ਚੀਜ਼ ਦਾ ਮੇਰੇ ਅੰਦਰ ਨਾ ਕੁਦਰਤੀ ਬੜਾ ਜ਼ੋਰ ਪੈਂਦਾ ਹੁੰਦਾ ਸੀ। ਕਹਿੰਦੇ ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਸੀ ਮੇਰੇ ਅੰਦਰ ਜਿਹੜੀ ਸੀ ਉਹ ਹਰ ਟਾਈਮ ਮੈਨੂੰ ਜ਼ੋਰ ਪਾਉਂਦੀ ਹੁੰਦੀ ਸੀ। ਕਹਿੰਦੇ ਵੀ ਕਰਦੇ ਕਰਦੇ ਉਹ ਵੀ ਸਮਾਂ ਆ ਗਿਆ ਜਦੋਂ ਕਹਿੰਦੇ ਆਵਾਜ਼ ਜਿਹੜੀ ਸੀ ਪੂਰੇ ਜ਼ੋਰ ਨਾਲ ਮੈਨੂੰ ਇਹ ਕਹਿਣ ਲੱਗੀ, ਕਹਿੰਦੇ ਭਾਈ ਤੂੰ ਭਜਨ ਕਰ, ਸਿਮਰਨ ਕਰ, ਬੰਦਗੀ ਕਰ। ਜਦ ਕਿ ਇੰਨੀ ਗੱਲ ਹੋਈ ਤਾਂ ਫਿਰ ਕਹਿੰਦੇ ਮੈਂ ਇਸੇ ਆਵਾਜ਼ ਨੂੰ ਦੱਬਣ ਵਾਸਤੇ ਇਹ ਗੱਲ ਆਖ ਦਿੱਤੀ ਕਿ ਮੈਂ ਕਿਉਂ ਭਜਨ ਕਰਾਂ, ਕਿਉਂ ਸਿਮਰਨ ਕਰਾਂ, ਕਿਉਂ ਬੰਦਗੀ ਕਰਾਂ, ਕਿਉਂਕਿ ਦੁਨੀਆ ਬੜੀ ਸੋਹਣੀ ਹੈਗੀ ਆ। ਮੈਂ ਕਿਉਂ ਅੱਖਾਂ ਮਿਟਾਂ, ਦੁਨੀਆ ਦੇ ਵਿੱਚ ਚਸ਼ਮੇ ਕੋਲ ਸਾਰੇ ਕਹਿੰਦੇ ਹੱਸਣ ਖੇਡਣ ਦੀਆਂ ਚੀਜ਼ਾਂ ਹੈਗੀਆਂ ਸੰਸਾਰ ਦੇ ਅੰਦਰ, ਅਤੇ ਸੰਸਾਰ ਦੀ ਕਹਿੰਦੇ ਵੀ ਇੰਨੀ ਮਿੱਠੀ ਅਤੇ ਪਿਆਰੀ ਜਿਹੜੀ ਲੀਲਾ ਹੈਗੀ ਆ ਕਹਿੰਦੇ ਉਸ ਨੂੰ ਛੱਡ ਕੇ ਮੈਂ ਅੱਖੀਆਂ ਕਿਉਂ ਮਿਟਾਂ। ਜਦ ਕਹਿੰਦੇ ਇੰਨੀ ਗੱਲ ਹੋਈ ਸੀ ਫਿਰ ਕਹਿੰਦੇ ਮੇਰੀ ਇਹ ਗੱਲ ਨੂੰ ਸੁਣ ਕੇ ਇਹ ਜਿਹੜੀ ਆਵਾਜ਼ ਸੀਗੀ ਕੁਛ ਟਾਈਮ ਵਾਸਤੇ ਕਹਿੰਦੇ ਮੱਧਮ ਹੋ ਗਈ ਸੀ, ਪਰ ਮੱਧਮ ਹੋਣ ਤੋਂ ਬਾਅਦ ਕਹਿੰਦੇ ਇੱਕ ਦਿਨ ਜਿਹੜੀ ਸੀ ਫਿਰ ਪੂਰੇ ਜ਼ੋਰ ਦੇ ਨਾਲ ਕਹਿੰਦੇ ਗਰਜੀ ਅਤੇ ਗਰਜ ਕੇ ਮੈਨੂੰ ਕਹਿਣ ਲੱਗੀ ਕਿ ਤੇਰੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਝੂਠ ਨਹੀਂ ਆਖਿਆ ਹੈਗਾ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਬਲਣਾ। ਜਦੋਂ ਕਹਿੰਦੇ ਵੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਮੇਰੇ ਅੰਦਰੋਂ ਆਈਆਂ ਅਤੇ ਫਿਰ ਸਰਦਾਰ ਰਘਬੀਰ ਸਿੰਘ ਜੀ ਵੀਰ ਕਹਿੰਦੇ ਹੁੰਦੇ ਸੀ ਫਿਰ ਜਿਹੜੇ ਸੀ ਕਹਿੰਦੇ ਵੀ ਮੈਨੂੰ ਭਜਨ ਦੀ ਲਟਕ ਲੱਗੀ ਸੀ ਅਤੇ ਫਿਰ ਮੈਂ ਸਾਧੂ ਸੰਤ ਜਿਹੜੇ ਕਹਿੰਦੇ ਪਹਿਲਾਂ ਹੀ ਨਾਮ ਦੇ ਵਿੱਚ ਰੰਗੇ ਹੁੰਦੇ ਸੀ ਉਹਨਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਔਰ ਸੰਗਤ ਕਰਨ ਦੇ ਨਾਲ ਨਾਲ ਕਹਿੰਦੇ ਫਿਰ ਸਾਰੀ ਰਾਤ ਕਹਿੰਦੇ ਫਿਰ ਮੈਂ ਜਿਹੜੇ ਸੀ ਉਹ ਵਾਹਿਗੁਰੂ ਸ਼ਬਦ ਦਾ ਜਾਪ ਕਰਨ ਲੱਗ ਪਿਆ ਸੀਗਾ। ਔਰ ਇਸ ਤਰ੍ਹਾਂ ਕਹਿੰਦੇ ਵੀ ਸਿਮਰਨ ਕਰਦੇ ਕਰਦੇ ਤਕਰੀਬਨ 25-30 ਸਾਲ ਦੀ ਕਮਾਈ ਤੋਂ ਬਾਅਦ ਅਖੀਰ ਦੇ ਵਿੱਚ ਕਹਿੰਦੇ ਫਿਰ ਅਸੀਂ ਜਿਹੜਾ ਸੀਗਾ ਆਪਣਾ ਜੋ ਮੁਕਾਮ ਸੀ ਉਹ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾਮਾ ਨੈਕ ਨਾਮ, ਉਸ ਜਾਗਤ ਜੋਤ ਦੇ ਪ੍ਰਤੱਖ ਦਰਸ਼ਨ ਕਰਨ ਦੇ ਵਿੱਚ ਕਹਿੰਦੇ ਸਫਲ ਹੋ ਗਏ ਸੀਗੇ। ਐਸੀ ਕਿਰਪਾ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਨ੍ਹਾਂ ਦੇ ਅੰਦਰ ਪੂਰਬ ਦੀਆਂ ਕਮਾਈਆਂ ਹਨ, ਇਹ ਪੂਰਬ ਦੀਆਂ ਕਮਾਈਆਂ ਜਿਹੜੀਆਂ ਹੈਗੀਆਂ ਉਹਨਾਂ ਕਮਾਈਆਂ ਦੇ ਜਿਹੜੇ ਫਲ ਵਾ ਇਹੋ ਜਿਹੇ ਜਗਿਆਸੀਆਂ ਨੂੰ ਜ਼ੋਰ ਪਾਉਂਦੇ ਆ ਕਿ ਜਿਨ੍ਹਾਂ ਕਰਨਾ ਕਰਕੇ ਤੁਸੀਂ ਦੁਬਾਰਾ ਇਸ ਸੰਸਾਰ ਦੇ ਵਿੱਚ ਆਏ ਜਿਸ ਕਾਰਜ ਦੀ ਪੂਰਤੀ ਵਾਸਤੇ
ਤੁਸੀਂ ਦੁਬਾਰਾ ਇਸ ਸੰਸਾਰ ਦੇ ਵਿੱਚ ਆਇਆ, ਬਸ ਉਸ ਕਾਰਜ ਦੀ ਸਫਲਤਾ ਦੇ ਵਾਸਤੇ ਤੁਹਾਨੂੰ ਦਿਨ ਰਾਤ ਮਿਹਨਤ ਕਰਨੀ ਪੈਣੀ ਆ। ਤੇ ਇਹ ਜਿਹੜਾ ਅਵਸਰ ਹੈਗਾ ਪਰਮੇਸ਼ਰ ਨੂੰ ਮਿਲਣ ਦਾ, ਇਸ ਦੇ ਉੱਤੇ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਪਹਿਰਾ ਦੇਣਾ ਪੈਣਾ, ਤਾਂ ਜੋ ਤੁਹਾਡਾ ਜਿਹੜਾ ਆਵਾਗਮਨ ਵਾ ਉਹ ਸਦਾ ਵਾਸਤੇ ਸਮਾਪਤ ਹੋ ਜਾਵੇ ਤੇ ਤੁਸੀਂ ਪਰਮੇਸ਼ਰ ਦੀ ਜੋਤ ਦੇ ਵਿੱਚ ਅਭੇਦ ਹੋ ਜਾਓ। ਸੋ ਇਹੋ ਜਿਹੀਆਂ ਜਿਹੜੀਆਂ ਰੂਹਾਂ ਹੈਗੀਆਂ ਜਦ ਸੰਸਾਰ ਦੇ ਵਿੱਚ ਆਉਂਦੀਆਂ ਤਾਂ ਆਪਣੇ ਪੂਰਬ ਦੀ ਕਮਾਈ ਨੂੰ ਨਾਲ ਲੈ ਕੇ ਆਉਂਦੀਆਂ ਤੇ ਅੱਗੇ ਕਮਾਈ ਕਰਦੀਆਂ। ਇਸ ਤਰ੍ਹਾਂ ਪੂਰਬ ਤੇ ਹੁਣ ਦੀ ਵਰਤਮਾਨ ਦੀ ਕਮਾਈ ਨੂੰ ਜੋੜ ਕੇ ਆਪਣੀ ਮੰਜ਼ਿਲ ਵੱਲ ਵੱਧਦੀਆਂ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਮਕਾਨ ਦੇ ਵਿੱਚ ਫਤਿਹ ਪ੍ਰਾਪਤ ਕਰਦੀਆਂ ਹਨ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।